ਡੀਅਰ ਸਟੂਡੈਂਟਸ, ਅੱਜ ਅਸੀਂ ਪੜ੍ਹਾਂਗੇ ਫਾਈਨਾਈਟ ਸਟੇਟ ਮਸ਼ੀਨਸ। ਇੱਕ ਮਸ਼ੀਨ ਜਿਸ ਦੇ ਵਿੱਚ ਇਹ ਫਾਈਨਾਈਟ ਨੰਬਰ ਆਫ ਸਟੇਟਸ ਹੁੰਦੀਆਂ ਨੇ ਕੋਰਸਪੋਂਡਿੰਗ ਟੂ ਦਾ ਡਿਸਟਿੰਕਟ ਕਲਾਸ ਆਫ ਪਾਸਟ ਹਿਸਟਰੀ, ਤਾਂ ਉਸ ਨੂੰ ਅਸੀਂ ਫਾਈਨਾਈਟ ਸਟੇਟ ਮਸ਼ੀਨ ਕਹਿੰਦੇ ਹਾਂ। ਆਪਾਂ ਫਾਈਨਾਈਟ ਸਟੇਟ ਮਸ਼ੀਨ ਦੇ ਆਪਾਂ ਸਪੈਸੀਫਾਈ ਕਰਨਾ ਹੋਵੇ ਤਾਂ ਉਸ ਦੇ ਲਈ ਆਪਾਂ ਫਾਈਨਾਈਟ ਨੰਬਰ ਆਫ ਐਲੀਮੈਂਟਸ ਲੈਂਦੇ ਹਾਂ। ਪਹਿਲਾ ਹੈ ਇਹ ਫਾਈਨਾਈਟ ਸੈਟ ਆਫ ਸਟੇਟਸ, ਕਿਉਂਕਿ ਮਸ਼ੀਨ ਦੀਆਂ ਸਟੇਟਸ ਦੀ ਗਿਣਤੀ ਫਾਈਨਾਈਟ ਹੈ, ਇਸ ਕਰਕੇ ਉਹ ਸਟੇਟਸ ਦੇ ਨਾਮ ਤੇ ਉਸਦਾ ਇੱਕ ਸੈੱਟ ਹੋਏਗਾ, ਸੈੱਟ ਆਫ ਸਟੇਟਸ, ਜਿਹਨੂੰ ਅਸੀਂ S0 S1 S2 S3 SN ਲਿਖਾਂਗੇ। ਤੇ S0 ਸਾਡੀ ਇਨੀਸ਼ੀਅਲ ਸਟੇਟ ਹੈ। ਫੋਰ ਐਗਜ਼ਾਮਪਲ ਸਾਡੀ ATM ਮਸ਼ੀਨ ਹੈ, ATM ਮਸ਼ੀਨ ਵੀ ਇੱਕ ਫਾਈਨਾਈਟ ਸਟੇਟ ਮਸ਼ੀਨ ਹੈ। ਜੋ ਸਾਡੇ ਸਟੇਟ ਦਾ ਇਨੀਸ਼ੀਅਲ ਸਟੇਟ ਹੋਏਗੀ ਮਸ਼ੀਨ ਦੀ, ਉਸ ਦੀ ਇਨੀਸ਼ੀਅਲ ਸਟੇਟ ਹੈ। ਉਸ ਤੋਂ ਬਾਅਦ ਅਸੀਂ ਇਨਪੁਟ ਦਿੰਦੇ ਹਾਂ ਵਾਇਆ ਕੀਬੋਰਡ, ਤਾਂ ਸਟੇਟ ਜਿਹੜੀ ਮਸ਼ੀਨ ਦੀ ਸਟੇਟ ਹੈ ਉਹ ਚੇਂਜ ਹੋ ਜਾਂਦੀ ਹੈ, ਨੈਕਸਟ ਸਟੇਟ ਚਲੀ ਜਾਂਦੀ ਹੈ ਅਕੋਰਡਿੰਗ ਟੂ ਦਾ ਇਨਪੁਟਸ। S0 ਨੂੰ ਅਸੀਂ ਇਨੀਸ਼ੀਅਲ ਸਟੇਟ ਕਹਿੰਦੇ ਹਾਂ ਆਪਾਂ S0। ਇਹ ਫਾਈਨਾਈਟ ਸੈਟ ਆਫ ਇਨਪੁਟਸ, ਅਸੀਂ ਫਿਰ ਮਸ਼ੀਨ ਨੂੰ ਇਨਪੁਟਸ ਦੇਵਾਂਗੇ। ਜਿਵੇਂ ਸਾਡੇ ਕੋਲ ATM ਮਸ਼ੀਨ ਦਾ ਕੀਬੋਰਡ ਹੈ, ਕੀਬੋਰਡ ਦੇ ਵਿੱਚ ਅਸੀਂ ਕੋਈ ਲੈਟਰ ਪੁੱਟ ਕਰਦੇ ਹਾਂ, ਇਨਪੁਟ ਦੀ ਫਾਰਮ ਦਿੰਦੇ ਹਾਂ ਆਪਾਂ ਨੰਬਰਸ ਲੈਟਰਸ, ਤਾਂ ਉਸਦੇ ਅਕੋਰਡਿੰਗ ਜਿਹੜਾ ਹੈ ਉਹ ਆਊਟਪੁੱਟ ਆਉਂਦੀ ਹੈ। ਉਸ ਤੋਂ ਬਾਅਦ ਇੱਕ ਫਾਈਨਾਈਟ ਸੈਟ ਆਫ ਆਊਟਪੁੱਟਸ ਲੈਟਰਸ ਹੋਣਗੇ ਮਸ਼ੀਨ ਦੇ ਵਿੱਚ। ਇੱਕ ਫੰਕਸ਼ਨ ਹੋਏਗਾ ਵਿਚ ਚੇਂਜ ਦਾ ਸਟੇਟ ਆਫ ਮਸ਼ੀਨ, ਇਸ ਨੂੰ ਅਸੀਂ ਟ੍ਰਾਂਜੀਸ਼ਨ ਫੰਕਸ਼ਨ ਕਹਾਂਗੇ। ਅਸੀਂ ਇਨਪੁਟ ਦਿੰਦੇ ਹਾਂ, I ਮੀਨਸ ਇਨਪੁਟਸ, ਸੈਟ ਆਫ ਇਨਪੁਟਸ, S ਮੀਨਸ ਸੈਟ ਆਫ ਸਟੇਟਸ। ਇਨਪੁਟਸ ਦੇ ਨਾਲ ਮਸ਼ੀਨ ਦੀ ਸਟੇਟ ਚੇਂਜ ਹੋ ਜਾਂਦੀ ਹੈ। ਨੈਕਸਟ ਹੈ ਫੰਕਸ਼ਨ G ਫਰੋਮ S to O, ਇਸ ਨੂੰ ਅਸੀਂ ਆਊਟਪੁੱਟ ਫੰਕਸ਼ਨ ਕਹਿੰਦੇ ਹਾਂ। ਫਾਈਨਲੀ ਸਾਡੇ ਕੋਲ ਇੱਕ ਮਸ਼ੀਨ ਦੀ ਆਊਟਪੁੱਟ ਆਉਂਦੀ ਹੈ। ਸਪੋਜ਼ ਸਾਡੇ ਕੋਲ ਇੱਕ ਮਸ਼ੀਨ ਹੈ ਜਿਸ ਦੇ ਵਿੱਚ ਇਨਪੁਟ ਸੈੱਟ ਜਿਹੜਾ ਹੈ ਸਾਡਾ ABC, ਸਿਰਫ 3 ਲੈਟਰ ਨੇ, ਤੇ ਮਸ਼ੀਨ ਦੀਆਂ ਸਟੇਟਸ ਹੈਗੀਆਂ ਨੇ 7, 0 ਤੋਂ S0 ਤੋਂ ਲੈ ਕੇ S1 S2 S3 S4 S5 ਐਂਡ S6। ਇਹ ਇਸ ਤਰ੍ਹਾਂ ਹੈ ਕਿ ਜੇਕਰ ਅਸੀਂ ਇਨਪੁਟ A ਦਿੰਦੇ ਹਾਂ ਤਾਂ S0 ਤੋਂ ਮਸ਼ੀਨ S1 ਵਿੱਚ ਚਲੀ ਜਾਂਦੀ ਹੈ। ਜੇ B ਦੇਵਾਂਗੇ ਤਾਂ S0 ਤੋਂ ਸਿੱਧੀ ਡਾਇਰੈਕਟ ਜਿਹੜੀ ਹੈ ਮਸ਼ੀਨ S2 ਵਿੱਚ ਚਲੀ ਜਾਊਗੀ, ਸਟੇਟ 2 ਵਿੱਚ। ਜੇ ਅਸੀਂ ਇਨਪੁਟ C ਦਿੰਦੇ ਹਾਂ ਤਾਂ S0 ਤੋਂ ਮਸ਼ੀਨ ਜਿਹੜੀ ਹੈ S5 ਵਿੱਚ ਚਲੀ ਜਾਂਦੀ ਹੈ। ਸਿਮਿਲਰਲੀ ਜੇ ਅਸੀਂ S1 ਤੋਂ ਬਾਅਦ ਇਨਪੁਟ A ਦਿੰਦੇ ਹਾਂ ਤਾਂ ਮਸ਼ੀਨ S2 ਵਿੱਚ ਚਲੀ ਜਾਂਦੀ ਹੈ। ਬਾਈ ਗਿਵਿੰਗ ਇਨਪੁਟ B, S1 ਤੋਂ ਜਿਹੜੀ ਮਸ਼ੀਨ ਹੈ ਉਹ S3 ਵਿੱਚ ਚਲੀ ਜਾਏਗੀ। ਬਾਈ ਗਿਵਿੰਗ ਆਊਟਪੁੱਟ ਇਨਪੁਟ C, S1 ਤੋਂ ਟ੍ਰਾਂਸਫਰ ਹੋ ਜਾਂਦੀ ਹੈ ਮਸ਼ੀਨ S6 ਦੇ ਵਿੱਚ, ਐਂਡ ਸੋ ਔਨ। ਦਿਸ ਇਜ਼ ਅ ਟੇਬਲ ਜਿਸ ਦੇ ਵਿੱਚ ਅਸੀਂ ਜੇ ਅਸੀਂ ਇਨਪੁਟ ਦਿੰਦੇ ਹਾਂ ਤਾਂ ਜਿਹੜੀ ਹੈ ਮਸ਼ੀਨ ਦੀ ਸਟੇਟ ਚੇਂਜ ਹੋ ਜਾਂਦੀ ਹੈ। ਇਹ ਆਊਟਪੁੱਟ ਫੰਕਸ਼ਨ ਹੈ। S0 ਤੇ ਆਊਟਪੁੱਟ 0 ਆਏਗੀ, S1 ਤੇ 1 ਆਏਗੀ, ਸਿਰਫ S6 ਤੇ ਆਊਟਪੁੱਟ ਜਿਹੜੀ ਹੈ ਫਾਈਨਲ ਉਹ 1 ਆਏਗੀ। this set as set of states S0 S1 S2 S3 ਦਾ set of states है। set of inputs यानी कि I ਜਿਹੜਾ ਹੈ ਉਹ ਹੈ ABC, सिर्फ 3 इनपुट्स है। set of output letter सिर्फ 0 ਤੇ 1 है। this arrow in the state function shows points that S0 indicates S0 is the initial state। ਦਾ ਟ੍ਰਾਂਜੀਸ਼ਨ ਫੰਕਸ਼ਨ ਇਜ਼ ਸਪੈਸੀਫਾਈਡ ਦਾ ਫਿਗਰ। ਇਸ ਟੇਬਲ ਦੇ ਵਿੱਚ ਟ੍ਰਾਂਜੀਸ਼ਨ ਫੰਕਸ਼ਨ ਡਿਫਾਈਨ ਕੀਤਾ ਹੋਇਆ ਕਿ ਅਸੀਂ ਜੇ ਇਨਪੁਟ A ਦਿੰਦੇ ਹਾਂ ਤਾਂ ਕੋਈ ਸਟੇਟ ਕਿਸ ਸਟੇਟ ਵਿੱਚ ਚੇਂਜ ਹੋ ਜਾਂਦੀ ਹੈ ਬਾਈ ਗਿਵਿੰਗ B ਐਂਡ C। ਕਾਲਮ ਜਿਹੜਾ ਹੈ ਲਾਸਟ ਵਾਲਾ ਜਿਹੜਾ ਹੈ ਇਸ ਦੇ ਵਿੱਚ ਆਊਟਪੁੱਟ ਫੰਕਸ਼ਨ ਡਿਫਾਈਨ ਕੀਤਾ ਹੋਇਆ ਹੈ। ਤੇ ਇਸ ਦੋਨਾਂ ਨੂੰ ਮਿਲਾ ਕੇ ਆਊਟਪੁੱਟ ਤੇ ਇਨਪੁਟ ਫੰਕਸ਼ਨ ਨੂੰ ਮਿਲਾ ਕੇ ਟ੍ਰਾਂਜੀਸ਼ਨ ਫੰਕਸ਼ਨ ਨੂੰ ਮਿਲਾ ਕੇ ਅਸੀਂ ਇਹ ਟੇਬਲ ਬਣਾ ਸਕਦੇ ਹਾਂ। S0 ਤੋਂ ਅਸੀਂ ਇਨਪੁਟ A ਦਿੰਦੇ ਹਾਂ ਤਾਂ S1 ਆਏਗਾ, B ਦਿੰਦੇ ਹਾਂ ਤਾਂ S2 ਆਏਗਾ, ਆਊਟਪੁੱਟ ਕੀ ਆਏਗੀ ਸਾਡੀ 0। ਆਊਟਪੁੱਟ ਸਾਡੀ ਸਿਰਫ S6 ਤੋਂ ਬਾਅਦ ਆਉਂਦੀ ਹੈ 1। ਦਿਸ ਇਜ਼ ਅ ਫਾਈਨਾਈਟ ਸਟੇਟ ਮਸ਼ੀਨ। ਤਾਂ ਇਸ ਫਾਈਨਾਈਟ ਸਟੇਟ ਮਸ਼ੀਨ ਨੂੰ ਅਸੀਂ ਡਾਇਗਰਾਮੈਟਿਕਲੀ ਦਿਖਾਈਏ, ਗ੍ਰਾਫਿਕਲੀ, ਤਾਂ ਇਸ ਤਰ੍ਹਾਂ ਦਿਖਾ ਸਕਦੇ ਹਾਂ। ਇਹ ਸਾਡੀ ਇਨੀਸ਼ੀਅਲ ਸਟੇਟ ਹੈ, ਆਊਟਪੁੱਟ 0 ਹੈ। ਜੇ ਅਸੀਂ S0 ਦੇ ਵਿੱਚ ਇਨਪੁਟ A ਦਿੰਦੇ ਹਾਂ ਤਾਂ ਅਸੀਂ S1 ਵਿੱਚ ਚਲੇ ਜਾਂਦੇ ਹਾਂ, ਜੇ B ਦਿੰਦੇ ਹਾਂ ਤਾਂ S2 ਵਿੱਚ ਚਲੇ ਜਾਂਦੇ ਹਾਂ।
C ਦਿੰਦੇ ਹਾਂ ਤਾਂ S5 ਵਿੱਚ ਚਲੇ ਜਾਂਦੇ ਹਾਂ। ਦੈਨ ਜੇ ਅਸੀਂ S1 ਤੋਂ ਇਨਪੁਟ B ਦਿੰਦੇ ਹਾਂ ਤਾਂ ਅਸੀਂ S3 ਵਿੱਚ ਚਲੇ ਜਾਂਦੇ ਹਾਂ। A ਦਿੰਦੇ ਹਾਂ ਤਾਂ S2 ਵਿੱਚ ਆ ਜਾਂਦੇ ਹਾਂ। S2 ਚੋਂ ਅਸੀਂ B ਦਿੰਦੇ ਹਾਂ ਤਾਂ S4 ਵਿੱਚ ਐਂਡ ਸੋ ਔਨ। ਇਹ ਸਾਰੇ ਐਰੋ ਸ਼ੋ ਕਰਦੇ ਨੇ ਅਸੀਂ ਕਿਸ ਸਟੇਟ ਤੋਂ ਕਿਸ ਸਟੇਟ ਵਿੱਚ ਜਾਵਾਂਗੇ ਜੇ ਅਸੀਂ ਇੱਕ ਪਰਟੀਕੂਲਰ ਇਨਪੁਟ ਦਿੰਦੇ ਹਾਂ। ਤਾਂ ਇਹ ਫਾਈਨਾਈਟ ਸਟੇਟ ਮਸ਼ੀਨ ਦੀ ਗ੍ਰਾਫਿਕਲ ਇੰਟਰਪ੍ਰੀਟੇਸ਼ਨ ਹੈ। For example, a pulse divider machine which receives the inputs bits 0 and 1 and produces 1 if the number of ones on the input tape up to instant in a non-zero even number otherwise 0 represents graphically ਸਾਡੇ ਕੋਲ ਇਨਪੁਟ 0 ਤੇ 1 ਹੈ, ਆਊਟਪੁੱਟ ਵੀ 0 ਤੇ 1 ਹੈ। ਸਾਡੇ ਕੋਲ ਸਟੇਟਸ ਜਿਹੜੀਆਂ ਹੈਗੀਆਂ ਉਹ S0 ਤੇ S1 ਹੋਏਗੀ। ਜੇ 0 ਇਨਪੁਟ ਦਿੰਦੇ ਹਾਂ ਤਾਂ ਸਟੇਟ ਚੇਂਜ ਨਹੀਂ ਹੁੰਦੀ, ਜੇ 1 ਦਿੰਦੇ ਹਾਂ ਤਾਂ ਨੈਕਸਟ ਸਟੇਟ ਚਲੀ ਜਾਂਦੀ ਹੈ। ਸਿਮਿਲਰਲੀ ਜੇ S1 'ਚ 0 ਦੇਵਾਂਗੇ S1 ਰਹੇਗੀ, ਤੇ S1 'ਚ 1 ਦੇਵਾਂਗੇ ਤਾਂ ਦੂਸਰੀ ਸਟੇਟ ਕਿਹੜੀ ਹੈ, ਸਿਰਫ ਦੋ ਹੀ ਸਟੇਟ ਨੇ, ਕਿਉਂਕਿ ਫਿਰ S1 ਤੋਂ S0 ਚਲੀ ਜਾਏਗੀ। ਸਾਡੀ ਆਊਟਪੁੱਟ ਹੈ 0 ਤੇ 1, ਤਾਂ ਇਸ ਨੂੰ ਅਸੀਂ ਗ੍ਰਾਫਿਕਲੀ ਰਿਪਰੈਜ਼ੈਂਟ ਕਰ ਸਕਦੇ ਹਾਂ। S0 ਤੋਂ ਅਸੀਂ ਇਨਪੁਟ 1 ਦਿੰਦੇ ਹਾਂ ਤਾਂ S1 ਵਿੱਚ ਚਲੇ ਜਾਂਦੇ ਹਾਂ, ਅਤੇ S1 ਤੋਂ ਇਨਪੁਟ 1 ਦਿੰਦੇ ਹਾਂ ਤਾਂ S0 ਚਲੇ ਜਾਂਦੇ ਹਾਂ। ਜੇ 0 ਇਨਪੁਟ ਦਿੰਦੇ ਹਾਂ ਤਾਂ S0 ਤੋਂ ਅਸੀਂ ਚੇਂਜ ਨਹੀਂ ਹੁੰਦੀ, S0 ਹੀ ਰਹਿੰਦੀ ਹੈ, ਅਤੇ S1 ਹੀ ਰਹਿੰਦੀ ਹੈ। ਇਹ ਹੋ ਗਈ ਫਾਈਨਾਈਟ ਸਟੇਟ ਮਸ਼ੀਨ ਦੀ ਬੇਸਿਕ ਡੈਫੀਨੇਸ਼ਨ। ਫਾਈਨਾਈਟ ਸਟੇਟ ਮਸ਼ੀਨ ਦੇ ਵਿੱਚ ਅਸੀਂ ਕੁਛ ਲੈਂਗੁਏਜ ਯੂਜ਼ ਕਰਦੇ ਹਾਂ। ਲੈਂਗੁਏਜ ਨੂੰ ਸਟੱਡੀ ਕਰਨ ਤੋਂ ਪਹਿਲਾਂ ਅਸੀਂ ਕੁਛ ਬੇਸਿਕ ਟਰਮਸ ਪੜ੍ਹਾਂਗੇ। ਪਹਿਲਾ ਹੈ ਅਲਫਾਬੈਟ। ਕਿਸੇ ਲੈਂਗੁਏਜ ਦਾ ਅਲਫਾਬੈਟ ਹੁੰਦਾ, ਜਿਵੇਂ ਅਸੀਂ ਇੰਗਲਿਸ਼ ਲੈਂਗੁਏਜ ਦਾ ਅਲਫਾਬੈਟ ABCD ਪੜ੍ਹਦੇ ਹਾਂ। ਬਿਲਕੁਲ ਕਿਸੇ ਲੈਂਗੁਏਜ ਦਾ ਅਲਫਾਬੈਟ ਕੀ ਹੈ? ਅਲਫਾਬੈਟ ਇੱਕ ਸੈਟ ਆਫ ਐਲੀਮੈਂਟਸ ਹੈ, ਜਿਸ ਦੇ ਐਲੀਮੈਂਟਸ ਨੂੰ ਅਸੀਂ ਲੈਟਰ ਕਹਿੰਦੇ ਹਾਂ। ਇੱਕ ਪਰਟੀਕੂਲਰ ਸੈਟ ਹੈ, ਸੈਟ ਆਫ ਸਿੰਬਲਸ, ਜਿਸ ਦੇ ਐਲੀਮੈਂਟਸ ਨੂੰ ਅਸੀਂ ਕਹਾਂਗੇ ਲੈਟਰਸ। ਅਲਫਾਬੈਟ ਤੋਂ ਬਾਅਦ ਵਰਡਸ ਬਣਦੇ ਨੇ। ਵਰਡ ਔਰ ਸਟਰਿੰਗ ਦਾ ਮਤਲਬ ਕੀ ਹੈ? ਇੱਕ ਵਰਡ ਜਾਂ ਸਟਰਿੰਗ ਆਫ ਏ ਸੈਟ ਇਜ਼ ਦਾ ਫਾਈਨਾਈਟ ਸੀਕੁਐਂਸ ਇਟਸ ਐਲੀਮੈਂਟਸ। ਅਸੀਂ ਕਿਸੇ ਅਲਫਾਬੈਟ ਤੋਂ ਅਸੀਂ ਵਰਡ ਬਣਾਵਾਂਗੇ ਤਾਂ ਵਰਡ ਦੇ ਵਿੱਚ ਅਸੀਂ ਉਸ ਅਲਫਾਬੈਟ ਦੇ ਐਲੀਮੈਂਟਸ ਨੂੰ ਇੱਕ ਆਰਡਰ ਦੇ ਵਿੱਚ ਇੱਕ ਫਾਈਨਾਈਟ ਸੀਕੁਐਂਸ ਦੀ ਫਾਰਮ 'ਚ ਅਸੀਂ ਉਸਨੂੰ ਅਰੇਂਜ ਕਰਾਂਗੇ। ਜਿਵੇਂ ਇੱਕ ਵਰਡ ਹੈ U, which is a sequence of ABABB। ਇਹ ਅਲਫਾਬੈਟ A ਅਤੇ B ਨੂੰ ਯੂਜ਼ ਕਰਕੇ ਇੱਕ ਵਰਡ ਬਣਾਇਆ ਗਿਆ। ਇਹਦੇ ਵਿੱਚ ਅਸੀਂ A ਅਤੇ B ਨੂੰ ਆਪਾਂ ਅਰੇਂਜ ਕੀਤਾ ਹੈ, ਇਸ ਦੀ ਇੱਕ ਸੀਕੁਐਂਸ ਲਈ ਹੈ ਜਿਹਦੇ ਵਿੱਚ ABABB ਹੈ। ਸਿਮਿਲਰਲੀ ਦੂਸਰਾ ਵਰਡ ਅਸੀਂ ਲੈਂਦੇ ਹਾਂ ACBAA। ਇਹਦੇ ਵਿੱਚ ਤਿੰਨ ਲੈਟਰਸ ਲਾਏ ਹੋਏ ਨੇ ਅਲਫਾਬੈਟ A ਦੇ। ਅਲਫਾਬੈਟ A ਵਿੱਚੋਂ ਤਿੰਨ ਲੈਟਰਸ ABC ਲੈ ਕੇ ABC ਦੇ ਵਿੱਚੋਂ ਅਸੀਂ ਤਿੰਨ ਲੈਟਰ ਲੈ ਕੇ ਵਰਡ V ਬਣਾਇਆ, ਅਤੇ ਦੋ ਲੈਟਰ ਲੈ ਕੇ ਅਸੀਂ ਵਰਡ U ਬਣਾਇਆ। ਵਰਡ ਇਜ਼ ਏ ਸੀਕੁਐਂਸ ਆਫ ਐਲੀਮੈਂਟਸ ਆਫ ਅਲਫਾਬੈਟ, ਜਾਂ ਅਸੀਂ ਕਹਾਂਗੇ ਲੈਟਰਸ। ਅਸੀਂ A ਨੂੰ ਆਪਾਂ A ਨੂੰ A ਸਕੁਏਅਰ ਲਿਖ ਸਕਦੇ ਹਾਂ, A ਨੂੰ ਆਪਾਂ A ਕਿਊਬ ਲਿਖ ਸਕਦੇ ਹਾਂ, ਐਂਡ ਸੋ ਔਨ। ਤਾਂ ਇਹ ਸਾਡੇ ਕੋਲ ਕੁਛ ਨੋਟੇਸ਼ਨ ਅਸੀਂ ਯੂਜ਼ ਕਰਾਂਗੇ। ਜਿਵੇਂ ਅਸੀਂ ਇਸ U ਨੂੰ ਆਪਾਂ ਲਿਖ ਸਕਦੇ ਹਾਂ AB ਸਕੁਏਅਰ, ਇਹ ਹੈ। BB ਨੂੰ ਅਸੀਂ B ਸਕੁਏਅਰ ਲਿਖ ਸਕਦੇ ਹਾਂ। ਐਮਪਟੀ ਸੀਕੁਐਂਸ, ਜਾਣੀ ਕਿ ਐਮਪਟੀ ਲੈਟਰ ਨੂੰ ਅਸੀਂ ਲੈਮਡਾ ਲਿਖਦੇ ਹਾਂ, ਜਿਹਦੇ ਵਿੱਚ ਕੋਈ ਐਮਪਟੀ ਵਰਡ ਨੂੰ ਅਸੀਂ ਲੈਮਡਾ ਲਿਖਦੇ ਹਾਂ ਜਿਹਦੇ ਵਿੱਚ ਕੋਈ ਲੈਟਰ ਨਹੀਂ ਹੁੰਦਾ। ਦਿਸ ਇਜ਼ ਕਾਲਡ ਐਮਪਟੀ ਵਰਡ। ਕਿਸੇ ਵਰਡ ਦੀ ਲੈਂਥ ਨੂੰ ਅਸੀਂ LU ਨਾਲ ਡੋਨੇਟ ਕਰਦੇ ਹਾਂ। ਇਹ ਲੈਂਥ ਕੀ ਹੁੰਦੀ ਹੈ? ਨੰਬਰ ਆਫ ਲੈਟਰਸ। ਫੋਰ ਐਗਜ਼ਾਮਪਲ ਅਸੀਂ U ਦੀ ਗੱਲ ਕਰੀਏ, ਇਸ ਦੀ ਗੱਲ ਕਰੀਏ, ਇਸ ਦੇ ਵਿੱਚ ਕਿੰਨੇ ਲੈਟਰ ਨੇ? 1 2 3 4 ਅਤੇ 5। ਇਸ ਦੀ ਜੀ ਲੈਂਥ ਹੋਏਗੀ 5 ਹੈ। ਸਿਮਿਲਰ ਅਸੀਂ ਇਸ ਦੂਸਰੇ ਵਰਡ V ਦੀ ਗੱਲ ਕਰੀਏ, V ਦੇ ਵਿੱਚ 1 2 3 4 5 6 7 ਲੈਟਰਸ ਨੇ, ਅਤੇ ਇਸ ਦੀ ਵਰਡ ਲੈਂਥ ਹੋਏਗੀ L। ਲੈਂਥ ਆਫ ਦਿਸ ਵਰਡ ਇਜ਼ ਇਕੁਅਲ ਟੂ 7।
ਐਮਟੀ ਵਰਡ ਦੀ ਲੈਂਥ 0 ਹੁੰਦੀ ਹੈ ਤੇ ਐਮਟੀ ਵਰਡ ਨੂੰ ਆਪਾਂ ਲੈਮਡਾ ਨਾਲ ਡੋਨੇਟ ਕਰਦੇ ਹਾਂ। ਸਪੋਜ਼ ਸਾਡੇ ਕੋਲ ਇੱਕ ਵਰਡ ਹੈ ਜਿਸ ਦੇ ਵਿੱਚ ਲੈਟਰ ਨੇ A1 A2 A3 ਐਨ ਲੈਟਰਸ ਯੂਜ਼ ਕਰਕੇ ਅਸੀਂ ਇੱਕ ਵਰਡ ਬਣਾਇਆ ਤੇ ਇਸ ਦੀ ਜਿਹੜੀ ਲੈਂਥ ਹੋਏਗੀ ਦੈਟ ਇਜ਼ ਇਕੁਅਲ ਟੂ n। ਜੇਕਰ ਸਾਡਾ ਜਿਹੜਾ ਵਰਡ ਹੈ ਉਹ ਐਮਟੀ ਵਰਡ ਹੈ ਤਾਂ ਦੈਨ ਇਸ ਦੀ ਜਿਹੜੀ ਲੈਂਥ ਹੋਏਗੀ ਉਹ 0 ਹੋਏਗੀ। ਤਾਂ ਅਸੀਂ ਇੱਕ ਹੋਰ ਵਰਡ ਬਣਾਉਣੇ ਆ, ਇਹ ਦੋ ਵਰਡ ਨੂੰ ਮਿਲਾ ਕੇ ਬਣਿਆ ਹੋਇਆ ਯੂ ਵੀ ਵਰਡ ਮੀਨਸ ਇਸ ਦਾ ਮਤਲਬ ਹੈ ਯੂ ਦੇ ਜਿਹੜਾ ਵਰਡ ਯੂ ਦੇ ਲੈਟਰਸ ਪਹਿਲਾਂ ਲਿਖਾਂਗੇ, ਉਸ ਤੋਂ ਬਾਅਦ ਵਰਡ ਵੀ ਦੇ ਲੈਟਰ ਨੂੰ ਲਿਖਾਂਗੇ। ਤਾਂ ਪਹਿਲਾਂ ਲੈਟਰਸ ਆਫ ਵਰਡ ਯੂ ਦੈਨ ਲੈਟਰਸ ਆਫ ਵਰਡ ਵੀ, ਤਾਂ ਇੱਕ ਨਵਾਂ ਵਰਡ ਬਣੇਗਾ ਯੂ ਵੀ। ਇਸ ਦੇ ਵਰਡ ਦੀ ਟੋਟਲ ਲੈਂਥ ਹੋਏਗੀ ਲੈਂਥ ਆਫ ਵਰਡ ਯੂ ਪਲਸ ਲੈਂਥ ਆਫ ਵਰਡ ਵੀ, ਯਾਨੀ ਕਿ ਸਾਡੇ ਕੋਲ ਇਹ ਹੋ ਗਏ 2 3 ਤੇ 3 6 ਤੇ 9 10 ਤੇ 2 12, ਟੋਟਲ ਲੈਂਥ ਜਿਹੜੀ ਹੋਏਗੀ ਇਸकी 12 ਹੈ। ਵੀ ਸਕੇਅਰ ਦੀ ਗੱਲ ਕਰੀਏ ਤਾਂ ਵੀ ਸਕੇਅਰ ਇੱਕ ਅਜਿਹਾ ਵਰਡ ਹੈ ਜਿਸ ਦੇ ਵਿੱਚ ਅਸੀਂ ਵੀ ਲੈਟਰਸ ਆਫ ਵੀ ਫਾਲੋਡ ਬਾਈ ਲੈਟਰਸ ਆਫ ਵੀ, ਦੋਨੋਂ ਵੀ ਦੇ ਲੈਟਰਸ ਨੂੰ ਅਸੀਂ ਲਿਖਦੇ ਹਾਂ ਸੀਕੁਐਂਸ ਦੇ ਵਿੱਚ। ਤਾਂ ਜਿਹੜਾ ਟੋਟਲ ਨੰਬਰ ਆਫ ਲੈਟਰਸ ਹੋ ਜਾਣਗੇ ਉਹ ਹੋ ਜਾਣਗੇ 4 4 8 ਲੈਟਰਸ ਹੋਣਗੇ। ਇਹਦੇ ਵਿੱਚ ਪਹਿਲਾਂ ਅਸੀਂ ਵੀ ਦੇ ਲੈਟਰਸ ਲਿਖਾਂਗੇ, ਉਸ ਤੋਂ ਬਾਅਦ ਫਿਰ ਦੁਬਾਰਾ ਵੀ ਦੇ ਲਿਖਾਂਗੇ, ਵੀ ਸਕੇਅਰ ਬਣ ਜਾਏਗਾ। ਕਨਕੈਟੀਨੇਸ਼ਨ, ਸਾਡੇ ਕੋਲ ਦੋ ਵਰਡ ਨੇ ਯੂ ਤੇ ਵੀ, ਇਹ ਅਸੀਂ ਅਲਫਾਬੈਟ ਇਹਦੇ ਵਿੱਚੋਂ ਅਸੀਂ ਵਰਡਸ ਬਣਾਏ ਨੇ ਅਲਫਾਬੈਟ ਲੈ ਕੇ ਲੈਟਰਸ ਲੈ ਕੇ। ਤਾਂ ਯੂ ਤੇ ਵੀ ਦੀ ਕਨਕੈਟੀਨੇਸ਼ਨ ਨੂੰ ਅਸੀਂ ਲਿਖਾਂਗੇ ਯੂ ਇਨਟੂ ਵੀ। ਤਾਂ ਇੱਕ ਵਰਡ ਹੈ ਜਿਸ ਦੇ ਵਿੱਚ ਅਸੀਂ ਯੂ ਦੇ ਲੈਟਰਸ ਦੈਨ ਫਾਲੋਡ ਬਾਈ ਲੈਟਰਸ ਆਫ ਵੀ, ਤਾਂ ਇੱਕ ਨਵਾਂ ਵਰਡ ਬਣੇਗਾ ਜਿਸ ਦੇ ਵਿੱਚ ਪਹਿਲਾਂ ਯੂ ਦੇ ਲੈਟਰਸ ਲਿਖਾਂਗੇ ਫਿਰ ਉਸ ਤੋਂ ਬਾਅਦ ਵੀ ਦੇ ਲੈਟਰ ਲਿਖਾਂਗੇ। ਤਾਂ ਇਹ ਇੱਕ ਨਵਾਂ ਵਰਡ ਹੈ ਜਿਸ ਦੇ ਵਿੱਚ ਟੋਟਲ ਨੰਬਰ ਆਫ ਜਿਹੜੇ ਲੈਟਰਸ ਹੋਣਗੇ ਉਹ ਹੋਣਗੇ ਲੈਟਰਸ ਆਫ ਨੰਬਰ ਆਫ ਲੈਟਰਸ ਆਫ ਯੂ ਪਲਸ ਨੰਬਰ ਆਫ ਲੈਟਰਸ ਆਫ ਵੀ। ਸਿਮਿਲਰ ਅਸੀਂ ਵੀ ਯੂ ਲਿਖ ਸਕਦੇ ਹਾਂ, ਵੀ ਯੂ ਦੇ ਵਿੱਚ ਅਸੀਂ ਪਹਿਲਾਂ ਵੀ ਦੇ ਲੈਟਰ ਲਿਖਾਂਗੇ ਉਸ ਤੋਂ ਬਾਅਦ ਫਿਰ ਯੂ ਦੇ ਲਿਖਾਂਗੇ। ਸਪੋਜ਼ ਸਾਡੇ ਕੋਲ ਯੂ ਹੈ a ਸਕੇਅਰ ਬੀ ਵੀ ਹੈ b ਕਿਊਬ ab, ਦੈਨ ਫਾਈਂਡ ਯੂ ਵੀ ਯੂ ਮੀਨਸ ਪਹਿਲਾਂ ਯੂ ਦੇ ਲੈਟਰ ਆ ਗਏ, ਫਿਰ ਵੀ ਦੀ ਸਾਡੇ ਕੋਲ ਹੈ b3ab ਫਿਰ ਯੂ। ਤਾਂ ਇਹ ਕੀ ਬਣ ਗਿਆ a ਸਕੇਅਰ b ਦੀ ਟੋਟਲ ਪਾਵਰ 4 ਹੋਗੀ, a ਦੀ ਪਾਵਰ 2b, ਇਹ ਟੋਟਲ ਜਿਹੜਾ ਆ ਗਿਆ ਵਰਡ ਯੂ ਹੈ। ਜੇਕਰ ਲੈਮਡਾ ਐਮਟੀ ਵਰਡ ਹੈ ਤਾਂ ਲੈਮਡਾ ਨਾਲ ਕਨਕੈਟੀਨੇਸ਼ਨ ਕਰ ਸਕਦੇ ਹਾਂ ਆਪਾਂ, ਲੈਮਡਾ ਯੂ ਵਿਲ ਬੀ ਇਕੁਅਲ ਟੂ ਯੂ ਲੈਮਡਾ, ਕਿਉਂਕਿ ਲੈਮਡਾ ਦੇ ਵਿੱਚ ਤਾਂ ਕੋਈ ਵਰਡ ਹੁੰਦੇ ਹੀ ਨਹੀਂ, ਲੈਟਰਸ ਹੁੰਦੇ ਹੀ ਨਹੀਂ, ਇਸ ਕਰਕੇ ਇਸ ਲੈਮਡਾ ਯੂ ਵਰਡ ਦੇ ਵਿੱਚ ਲੈਟਰਸ ਕੀ ਆਉਣਗੇ ਲੈਟਰਸ ਆਫ ਯੂ ਓਨਲੀ, ਲੈਟਰਸ ਆਫ ਯੂ ਓਨਲੀ। ਅੱਗੇ ਹੈ ਸਬ ਵਰਡ ਦਾ ਮੀਨਿੰਗ ਕੀ ਹੈ ਕਿ ਅਸੀਂ ਕਿਸੇ ਵਰਡ ਦੇ ਵਿੱਚੋਂ ਆਪਾਂ ਕੁਝ ਕੁ ਲੈਟਰ ਲੈ ਕੇ ਨਵਾਂ ਵਰਡ ਬਣਾ ਸਕਦੇ ਹਾਂ। ਫੋਰ ਐਗਜ਼ਾਮਪਲ ਸਾਡੇ ਕੋਲ ਇੱਕ ਵਰਡ ਹੈ ਯੂ, ਅਸੀਂ ਇਸ ਵਿੱਚ ਸਿਰਫ ਪਹਿਲੇ 2 ਲੈਟਰ ਲੈ ਲਈਏ ਏ ਬੀ, ਤਾਂ ਏ ਬੀ ਇੱਕ ਜਿਹੜਾ ਵਰਡ ਹੈ ਇਹਨੂੰ ਸਪੋਜ਼ U1 ਕਹਿੰਦੇ ਆ, ਇਹ ਵੀ ਇਸ ਦਾ ਸਬ ਵਰਡ ਹੈ। ਅਸੀਂ ਪਹਿਲੇ 3 ਲੈਟਰ ਲੈ ਲਈਏ ABC, ਤਾਂ ਇਹ ਇੱਕ ਅਨਦਰ ਸਬ ਵਰਡ ਹੋਏਗਾ ਇਸ ਦਾ। ਅਸੀਂ ਪਿਛਲੇ 2 ਲੈਟਰ ਲੈ ਲਈਏ CA, ਦਿਸ ਇਜ਼ ਅਨਦਰ ਸਬ ਵਰਡ ਆਫ ਦਿਸ ਵਰਡ U। ਤਾਂ ਇਸ ਦਾ ਇੱਕ ਸਬ ਵਰਡ, ਕਿਉਂਕਿ ਕਿਸੇ ਸੈੱਟ ਦੇ ਵਿੱਚ ਸਬਸੈਟ ਹੁੰਦੇ ਨੇ, ਕਿਉਂਕਿ ਹਰ ਇੱਕ ਸੈੱਟ ਦਾ ਇੱਕ ਜਿਹੜਾ ਐਮਪਟੀ ਹੈ ਸੈੱਟ ਹੈ, ਐਮਪਟੀ ਸੈੱਟ ਇਜ਼ ਸਬਸੈਟ ਆਫ ਐਵਰੀ ਸੈੱਟ। ਤਾਂ ਸਿਮਿਲਰਲੀ ਇਸ ਵਰਡ ਦਾ ਇੱਕ ਜਿਹੜਾ ਪਹਿਲਾ ਸਬ ਵਰਡ ਹੋਏਗਾ ਉਹ ਐਮਪਟੀ ਵਰਡ ਹੋਏਗਾ ਲੈਮਡਾ। ਫਿਰ ਅਸੀਂ ਇੱਕ ਲੈਟਰ ਲੈ ਕੇ ਸਬ ਵਰਡ ਬਣਾਵਾਂਗੇ, ਫਿਰ 2 ਫਿਰ 3। ਤਾਂ ਇਹ ਸਾਰੇ ਦੇ ਸਾਰੇ ਇਸ ਚਾਰੋਂ ਲੈਟਰਸ ਦੇ ਸਬ ਵਰਡਸ ਨੇ, ਇਸ ਵਰਡ ਦੇ ਸਬ ਵਰਡਸ ਨੇ। ਇਸ ਵਰਡ ਨੂੰ ਆਪਾਂ ਲਿਖ ਸਕਦੇ ਹਾਂ ABCE, ਇਸ ਦੇ ਕੇ ਆਪਾਂ ਲੈਮਡਾ ਲਗਾ ਸਕਦੇ ਹਾਂ। ਤਾਂ ਇਸ ਦਾ ਲੈਮਡਾ ਇਨੀਸ਼ੀਅਲ ਸੈਗਮੈਂਟ ਹੈ। ਇਸ ਵਰਡ ਦੇ ਅਸੀਂ ਪਾਰਟਸ ਕਰ ਸਕਦੇ ਹਾਂ, ਇਹ ਦੂਸਰਾ ਸੈਗਮੈਂਟ ਹੋ ਗਿਆ, ਲਾਸਟ ਵਾਲਾ ਇਹ ਹੋ ਗਿਆ।
फिर असी इस लैमडा थां ते असी ए बी सी ए तीन पार्ट इकट्ठे कर दो, ये कर दो, ये साडा इनिशियल सैगमेंट हो जाऊगा। फिर दो लै लो, दो नाल इनिशियल सैगमेंट, फिर तीन लै लो, फिर चार लै लो, तो ये इनिशियल सैगमेंट इस तरह हो सकते हैं। सपोज एक वर्ड है W जिस वर्ड है जिस लैटर है ने ABCD, सारे असी सब वर्ड फाइंड करने ने। एक तो लैमडा आएगा, फिर एक लैटर लै लो, फिर दो दो, फिर तीन तीन, तो फिर चार चार, ये सारे इसके सब वर्ड्स होंगे। मान लो दो वर्ड U तो V ने, असी शो करना है कि लेंथ ऑफ वर्ड UV विल बी इक्वल टू लेंथ ऑफ वर्ड U प्लस लेंथ ऑफ वर्ड V। सिमिलरली लेंथ ऑफ UV इज इक्वल टू लेंथ ऑफ वर्ड VU। सपोज लेंथ ऑफ वर्ड U है R तो लेंथ ऑफ वर्ड V है S, तो जो UV वर्ड होएगा वो की होएगा, वो लैटरस ऑफ U फॉलोड बाय लैटरस ऑफ V, क्योंकि U के जो लैटर है ने R तो V के लैटरस है ने S, तो टोटल UV के कितने होंगे R प्लस S। R इज द लैटरस ऑफ नंबर ऑफ लेंथ ऑफ U एंड S इज द लेंथ ऑफ वर्ड V। अगे है फ्री सेमी ग्रुप। A is a set of all non-empty subwords, non-empty words in alphabet A under the operation of concatenation। तो जेकर इस लैमडा इंक्लूड ना करिए then this is a free semi group। नेक्स्ट है फ्री मोनॉइड। इफ L is a language set of A alpha, all words on the alphabet A including the empty word। कंकैटिनेशन दे विच जिहड़ा लैमडा है वो एक आइडेंटिटी एलीमेंट वजों काम करता है, क्योंकि लैमडा U इज इक्वल टू U हुंदा है। तो असी इस सैट ऑफ वर्ड्स नूं जिहड़ा है वो फ्री मोनॉइड कहांगे। की कहांगे? फ्री मोनॉइड। ऑर्डर्ड सैट। ऑर्डर सैट दे विच असी पता आपां नूं की है कि दो एलीमेंट्स का सैट ऑर्डर पेयर लैने, जिहदे विच पहला एलीमेंट फस्ट ग्रुप नूं बिलोंग करता है, दूसरा दूसरे सैट नूं बिलोंग करता है। तो इस दे विच इस नूं ऑर्डर पेयर कहांगे, क्योंकि फस्ट एलीमेंट्स बिलोंग्स टू फस्ट सैट एंड सैकेंड एलीमेंट बिलोंग्स टू सैकेंड सैट। सिमिलरली ऑर्डर ट्रिपल्स ने। ट्रिपल दे विच पहला एलीमेंट पहले सैट नूं, दूसरा दूसरे नूं, तीसरा तीसरे नूं। नैक्सट है रैगुलर एक्सप्रैशन। रैगुलर एक्सप्रैशन की है? स्ट्रिंग, जिवें असीं पढ़िया स्ट्रिंग एक वर्ड है, स्ट्रिंग का मतलब है वर्ड। तो रैगुलर एक्सप्रैशन ओवर ए अल्फाबैट इज ए स्पैशल टाइप ऑफ स्ट्रिंग कमिंग फ्रॉम अल्फाबैट ए विद 5 न्यू एलीमेंट्स। इस रैगुलर एक्सप्रैशन दे विच 5 नवे एलीमेंट लैने हैं। V, लैमडा, स्टार, राउंड ब्रैक्ट्स दोनों। एक्सप्रैशन R के मुताबिक असी लैंगुएज R लिखते हाँ ओवर ए अल्फाबैट A। इस वास्ते जिहड़ा बेस्ट बेस क्राइटेरिया है वो की है? देयर इज ए नो रैगुलर एक्सप्रैशन ऑफ लेंथ 0। 0 लेंथ की कोई रैगुलर एक्सप्रैशन नहीं होंगी। रैगुलर एक्सप्रैशन ऑफ लेंथ 1 वाली असी किहड़ी लवांगे? लैमडा। एक एलीमेंट लैके असी कोई लैने हाँ एक्सप्रैशन, तो उसनूं असी उसकी लेंथ 1 कहांगे। द ओनली रैगुलर एक्सप्रैशन ऑफ लेंथ 2 इज दोनों ब्रैक्ट इसके उपर, क्योंकि साडे कोल जिहड़ा नवे सिंबल यूज़ किए ने, एलीमेंट यूज़ किए ने दोनों राउंड ब्रैक्ट दे। एंड द लैंगुएज इट डिफाइंड इज द एम्प्टी सैट, क्योंकि इस दे विच कोई एलीमेंट नहीं है। लैंगुएज की होंदी है? लैंगुएज ओवर ए अल्फाबैट इज द कलैक्शन ऑफ वर्ड्स ऑन अल्फाबैट ए, यानी कि ए अल्फा वर्गे सारे वर्ड्स जिहड़े हैगे ने सैट ए दे उपर, उन्हां सारियां दी कलैक्शन नूं असीं लैंगुएज कहांगे। फॉर एग्जाम्पल सैट अल्फाबैट ए है, इस दे विच असीं एक लैंगुएज लिख रहे हैं जिस दे विच वर्ड्स आपां इस तरह लवांगे। दूसरी लैंगुएज ये है जिस दे विच वर्ड इस तरह के होणगे। तीसरी है जिस दे विच ए रिस्ट पर एम, बी रिस्ट पर एम होएगा। चौथी
लैंग्वेज असीं लिख सकते हैं ए बी रेस टू पावर एम ए बी रेस टू पावर एन, यानी कि इसदे विच B1 A B1 B A B2 B2 A B3 B3 A B2 इस तरह के वर्ड जिहड़े होणगे वो सारे इस लैंग्वेज L4 दे विच आउणगे। पहली लैंग्वेज दे विच की है कि पहला लैटर ए होना चाहिए, बाद च जिन्ने मर्जी भी लिख दो, 1 2 3 4 5 जिन्ने मर्जी भी लिख सकते हैं। दूसरी दे विच की है कि ए जिन्ने मर्जी ने A1 B2 A2 B2 A3 B3 A3 B2 इस तरह के जोड़े वर्ड्स ने वो सारे इस लैंग्वेज आउणगे। सिमिलरली ये दोहां की पावर सेम रहेगी, A2 B2 A3 B3 A4 B4 ये सारे वर्ड्स इस तरह आएंगे। तो L4 दे विच इस तरह के वर्ड्स आएंगे। मान लो एक लैंग्वेज है ABC ओवर द अल्फाबैट A तो L0 L3 L-2 कढ़नी है। L0 मीनस 0 लेंथ वाले लैमडा होएगा, L3 तीन लेंथ वाले जोड़े लिखे ने आपां, ये एक वर्ड है ये दूसरा है, तो 1 2 3 ये 3 वाली लेंथ वाला हो गया। फिर ये 2 ए लै लो तो एक तीसरा C लै लो, A C तो AB ये तीन वर्ड लेंथ वाले सारे इस दे विच वर्ड्स आएंगे जिहड़े असी इस अल्फाबैट ABC दे उपर लै रहे हैं। तो असी इस दे विच जिहड़े वर्ड यूज़ कर रहे हैं इस लैंग्वेज के लिए वो AB इकट्ठा है तो C अलग है, इसनूं असी एक वर्ड मनांगे, C नूं अलग वर्ड मनांगे। यह है जी साडे कोल लैंग्वेज। Suppose R is a regular expression defining a language L, then R is a regular expression and LR is equal to LR, R is super alpha is a regular expression defining the language A। ये साडी जिहड़ी एक्सप्रैशन सीगियां आ वालियां L0 L3 L-2 these are the regular expressions defining the language। R नेक्स्ट है जी रेगुलर लैंग्वेज। L is a language over R, then L is a called regular language over R if there exists a regular expression R over A such that L is equal to LR। Find LR for the regular expression। आ सारे कोल regular expression है over the alphabet A। हुण इस दे विच की है कि अल्फा की वैल्यू असी 1 2 3 पुट करांगे, साडे कोल जिहड़े है नवे वर्ड्स आउंदे जाणगे। फॉर एग्जाम्पल साडे कोल एक अल्फाबैट ABC है, उस दे विच वर्ड है ABC। असी चेक करना है कि ये इस नूं बिलोंग करता है कि नहीं करता, L और नॉट। LR दे विच जिहड़ा है वर्ड्स इन ए और वर्ड्स इन बी एंड सी आ साडे कोल जिहड़ा है ये यूनीयन है, यानी कि इस डिजंक्शन का सिंबल है। इसका मतलब है कि साडे कोल इस दे विच जिहड़े वर्ड्स ए वाले होणगे जां बी वाले वर्ड्स होणगे, बट ये सारे इस वर्ड दे विच डब्ल्यू विच तीनों ही आ रहे हैं ABC, इस करके ये जिहड़ा है इस नूं बिलोंग नहीं करता। हाँ जी, दूसरा है A बिलोंग्स टू L A रेस्ट टू अल्फा, ये ठीक है। जिहड़ा BC है वो इस नूं बिलोंग करता है, इस नूं सॉरी, तो फिर ये पहला लैटर ते दूसरे दोनों ये दोनों दे इस R नूं बिलोंग करते हैं, इस करके ये वर्ड इस नूं बिलोंग करता है। हाँ जी, नेक्स्ट है फाइनाइट स्टेट ऑटोमेशन। ए फाइनाइट स्टेट ऑटोमेशन कंसिस्ट ऑफ 5 पार्ट्स। ए फाइनाइट सेट अल्फाबेट ऑफ इनपुट्स, फाइनाइट सेट ऑफ इंटरनल स्टेट्स, ए सेट Y of
ਜਿਹੜਾ ਹੈ ਜਿਸ ਨੂੰ ਅਸੀਂ ਯੈਸ ਕਹਾਂਗੇ, ਇਨੀਸ਼ੀਅਲ ਸਟੇਟ ਐਸ ਨਾਟ ਤੇ ਨੈਕਸਟ ਸਟੇਟ ਫੰਕਸ਼ਨ ਐਕਸ ਕ੍ਰਾਸ ਏ ਇੰਟੂ ਐਸ। ਤਾਂ ਇਸ ਨੂੰ ਅਸੀਂ ਫਾਈਨਲ ਸਟੇਟ ਆਟੋਮੇਸ਼ਨ ਕਹਿੰਦੇ ਹਾਂ। Automata is defined by A set of inputs, S set of internal states, yeses initial state ਤੇ ਜਿਹੜਾ ਹੈ state function। for example ਅਸੀਂ ਪਹਿਲੇ ਪੜ੍ਹ ਚੁੱਕੇ ਹਾਂ ਕਿ suppose A ਜਿਹੜਾ ਹੈ ਉਹ S ਨਾਟ ਨੂੰ S ਨਾਟ ਜਾਣ ਦਿੰਦਾ, S1 ਤੋਂ ਅਸੀਂ ਇਨਪੁਟ A ਦਿੰਦੇ ਹਾਂ ਤਾਂ ਮਸ਼ੀਨ S ਨਾਟ ਚਲੀ ਜਾਂਦੀ ਹੈ, ਜੇ ਅਸੀਂ ਇਨਪੁਟ A ਦਿੰਦੇ ਹਾਂ ਤਾਂ S2 ਤੋਂ ਮਸ਼ੀਨ S2 ਚਲੀ ਜਾਂਦੀ ਹੈ ਐਂਡ ਸੋ ਔਨ। ਦਿਸ ਇਜ਼ ਅ ਟੇਬਲ ਡਿਸਕ੍ਰਾਈਬਿੰਗ ਦਾ ਸਟੇਟ ਫੰਕਸ਼ਨ। ਅਸੀਂ ਕਿਸੇ ਫਾਈਨਲ ਸਟੇਟ ਆਟੋਮੇਸ਼ਨ ਦੀ ਆਪਾਂ ਐਗਜ਼ਾਮਪਲ ਦਈਏ, ਇਹਦੇ ਵਿੱਚ 5 ਪਾਰਟ ਹੁੰਦੇ ਨੇ, ਅਸੀਂ ਪੜ੍ਹਿਆ ਹੋਇਆ, ਤਾਂ ਇਸ ਦੀ ਇੱਕ ਬੈਸਟ ਐਗਜ਼ਾਮਪਲ ਹੈ ਇਸ ਫਾਈਨਲ ਸਟੇਟ ਆਟੋਮੇਸ਼ਨ ਦੀ। ਨੈਕਸਟ ਹੈ ਗ੍ਰਾਮਰ ਐਂਡ ਲੈਂਗੁਏਜਸ। ਜਿਵੇਂ ਅਸੀਂ ਇੱਕ ਕਿਸੇ ਲੈਂਗੁਏਜ, ਜਿਵੇਂ ਅਸੀਂ ਇੰਗਲਿਸ਼ ਲੈਂਗੁਏਜ ਦੀ ਗੱਲ ਕਰੀਏ, ਇੰਗਲਿਸ਼ ਲੈਂਗੁਏਜ ਦੇ ਵਿੱਚ ਪਹਿਲਾਂ ਅਸੀਂ ਅਲਫਾਬੈਟ ਦੀ ਗੱਲ ਕੀਤੀ, ਫਿਰ ਵਰਡਸ ਤੋਂ ਬਾਅਦ ਲੈਂਗੁਏਜ ਬਣਾਈ, ਅਤੇ ਲੈਂਗੁਏਜ ਤਾਂ ਕੰਮ ਕਰੇਗੀ ਜੇ ਉਸਦੀ ਗ੍ਰਾਮਰ ਹੋਏਗੀ। ਹਰ ਇੱਕ ਲੈਂਗੁਏਜ ਦੀ ਇੱਕ ਵੱਖਰੀ ਗ੍ਰਾਮਰ ਹੁੰਦੀ ਹੈ। ਤਾਂ ਗ੍ਰਾਮਰ ਕੀ ਹੁੰਦਾ ਹੈ? ਗ੍ਰਾਮਰ ਦੇ ਵਿੱਚ 4 ਪਾਰਟ ਨੇ। A finite set V of elements called variables or non-terminals, a finite set T of elements called terminals, an element S in V is called the star symbol, a finite set P of productions, a production is an ordered pair alpha beta usually written as alpha to beta where alpha beta are words in VUT, at least one of alpha must contain a variable, such a grammar is denoted by DGVTSP। टर्मिनल से स्मॉल ABC ਨਾਲ ਲਿਖਦੇ ਹਾਂ, वेरिएबल्स ਨੂੰ कैपिटल ABC ਨਾਲ ਲਿਖਦੇ ਹਾਂ, स्टार सिंबल ਨੂੰ ਅਸੀਂ S ਯੂਜ਼ ਕਰਦੇ ਹਾਂ, ਤੇ ਜਿਹੜੀ ਟ੍ਰਾਂਜੀਸ਼ਨ ਹੈ ਉਹ ਅਸੀਂ ਇਸ ਤਰ੍ਹਾਂ ਯੂਜ਼ ਕਰਦੇ ਹਾਂ ਅਲਫਾ ਟੂ ਬੀਟਾ, ਤੇ ਪ੍ਰੋਡਕਸ਼ਨ ਜਿਹੜੀਆਂ ਹੋਣਗੀਆਂ ਇਹ ਹੋਣਗੀਆਂ। ਗਿਵਨ ਐਗਜ਼ਾਮਪਲ ਆਫ ਅ ਗ੍ਰਾਮਰ, 4 ਪਾਰਟਸ ਆਫ GR, ਵੇਰੀਏਬਲਸ, ਟਰਮੀਨਲਸ, ਇਹ ਸਾਡੇ ਕੋਲ ਐਸ ਸਾਡਾ ਸਟਾਰ ਸਿੰਬਲ ਹੋ ਗਿਆ, ਤੇ ਇਹ ਪ੍ਰੋਡਕਸ਼ਨਸ ਹੋ ਗਈਆਂ। ਅੱਗੇ ਫੇਸ ਸਟਰਕਚਰ ਗ੍ਰਾਮਰਸ। ਸਟੱਡੀ ਆਫ ਕਲਾਸ ਆਫ ਗ੍ਰਾਮਰਸ ਨੋਨ ਐਜ਼ ਫੇਸ ਸਟਰਕਚਰ ਗ੍ਰਾਮਰਸ। ਸੈਂਟੈਂਸ ਹੈ, ਸੈਂਟੈਂਸ ਦੇ ਵਿੱਚ ਅਸੀਂ ਨੌਨ ਫਰੇਜ਼ ਲੈਂਦੇ ਹਾਂ, ਆਰਟੀਕਲ, ਫਰੇਜ਼, ਵਰਬ, ਆਬਜੈਕਟ ਫਰੇਜ਼, ਇਹ ਸਾਡੇ ਜਿਹੜਾ ਹੈ ਕਿਸੇ ਸੈਂਟੈਂਸ ਦੇ ਜਿਹੜੇ ਹੈਗੇ ਨੇ ਸਟਰਕਚਰ ਹੈ, ਇਸ ਨੂੰ ਅਸੀਂ ਫੇਸ ਸਟਰਕਚਰ। ਜਿਵੇਂ ਦਾ ਲਿਟਲ ਬॉय ਏਟ ਐਨ ਐਪਲ, ਇਸ ਦੇ ਵਿੱਚ ਜਿਹੜਾ ਹੈ ਇਹ ਆਰਟੀਕਲ ਹੈ, ਇਹ ਐਡਜੈਕਟਿਵ ਹੈ, ਨਾउन ਹੈ, ਵਰਬ ਹੈ, ਆਰਟੀਕਲ ਹੈ, ਨਾउन ਹੈ। ਤਾਂ ਸਿਮਿਲਰਲੀ ਫਰੇਜ਼ ਸਟਰਕਚਰ ਗ੍ਰਾਮਰ ਦੇ ਵੀ 4 ਪਾਰਟ ਹੁੰਦੇ ਨੇ। ਇਹ ਫਾਈਨਲ ਸੈਟ ਕਾਲਡ ਵੋਕੈਬਲਰੀ, ਸਬਸੈਟ T ਐਂਡ V ਆਫ V, ਵੋਕੈਬਲਰੀ V ਜਿਹਦੇ ਐਲੀਮੈਂਟਸ ਨੂੰ ਟਰਮੀਨਲਸ ਕਹਿੰਦੇ ਆ। ਜੇ ਅਸੀਂ ਟਰਮੀਨਲਸ ਨੂੰ ਛੱਡ ਦਈਏ, ਜਿਹੜੇ ਬਾਕੀ ਵਰਡ ਨੇ ਵੋਕੈਬਲਰੀ ਦੇ, ਦੈਟ ਆਰ ਕਾਲਡ ਨੌਨ ਟਰਮੀਨਲਸ। ਨੌਨ ਟਰਮੀਨਲ ਸਿਸਟਮ ਨੂੰ ਅਸੀਂ ਸਟਾਰ ਸਿੰਬਲ ਕਹਿੰਦੇ ਹਾਂ, ਅਤੇ ਪ੍ਰੋਡਕਸ਼ਨਸ ਅਸੀਂ ਪਹਿਲੇ ਪੜ੍ਹ ਚੁੱਕੇ ਹਾਂ, ਅਲਫਾ ਜਿਹੜਾ ਹੈ ਉਹ ਚੇਂਜਸ ਟੂ ਬੀਟਾ, these are the set of productions। This type of grammar is known as denoted by GVT, variables, terminals, star symbol, productions। ਇਹ ਸਾਡੇ ਕੋਲ ਕਿਸੇ ਫੇਸ ਸਟਰਕਚਰ ਗ੍ਰਾਮਰ ਦੇ ਪਾਰਟਸ ਨੇ। ਟਾਈਪਸ ਆਫ ਗ੍ਰਾਮਰਸ। ਇਹ ਟਾਈਪ 0 ਗ੍ਰਾਮਰ ਹੈਜ਼ ਨੋ ਰਿਸਟ੍ਰਿਕਸ਼ਨਸ ਐਂਡ ਔਨ ਇਟਸ ਪ੍ਰੋਡਕਸ਼ਨ। ਕਿਸ ਤਰ੍ਹਾਂ ਦੀ ਪ੍ਰੋਡਕਸ਼ਨ ਦੇ ਸਕਦੀ ਹੈ? Type 1 is defined as a grammar G said to be type 1 if every production is of the form alpha to beta, where alpha length of this word alpha is less than equal to length of word beta. A grammar G is said to be of type 2 if every production is of the form A to B, where the left side is non-terminal and B is the terminal. A grammar G is said to be type 3 if every production of the form A to small a or A to AB, where left side is a single non-terminal and right side is a single terminal or terminal followed by non-terminal or of the form S to lambda. Lambda is empty word.
Grammars are also classified in terms of context sensitive. A grammar G is said to be context sensitive if the productions are of the form alpha A alpha dash to alpha B beta alpha dash. The context sensitive comes from the fact that we replace variable A by beta in the word only when A lies between alpha and alpha dash. This is A is a variable and beta is the production. Context free. A grammar G is said to be context free if the production are of the type A to beta. We replace variable A by beta regardless of where the A appears. Regular. A grammar is said to be regular if production of the form A to AB, S to lambda. For example, determine type of grammar which consists the productions S to A to ABB, B to B, A to A. ਤਾਂ each production is ਪਹਿਲੇ ਦੇ ਵਿੱਚ each ਜਿਹੜੀ production ਹੈ of the form ਹੈ A to alpha where variable on the left side, ਯਾਨੀ ਕਿ ਆ ਸਾਡਾ variable ਜਿਹੜਾ ਹੈ ਇਹ left side ਤੇ ਹੈ ਤਾਂ this is a grammar is context free. ਦੂਸਰੇ ਵਿੱਚ ਜਿਹੜੀ length of left side of each production does not exceed the length of right side, ਜਿਵੇਂ ਅਸੀਂ ਇੱਥੇ ਪੜ੍ਹਿਆ ਸੀਗਾ ਕਿ length is less than alpha is less than equal to length of beta, ਤਾਂ ਇਹ ਦੂਸਰੇ ਵਿੱਚ ਜਿਹੜਾ ਹੈ ਇਹ ਫੋਲੋ ਹੋ ਰਿਹਾ. ਦਿਸ ਮੀਨਸ ਸੈਕੰਡ ਇਜ਼ ਏ ਗ੍ਰਾਮਰ ਆਫ ਫਸਟ ਟਾਈਪ. ਨੈਕਸਟ ਹੈ ਟਿਊਰਿੰਗ ਮਸ਼ੀਨ. ਟਿਊਰਿੰਗ ਮਸ਼ੀਨ ਕੀ ਹੈ? ਇਜ਼ a machine which is able to recognize every language that can be generated by any phase structure grammar G. That is a Turing machine. M is one of the number of equivalent ways to define the notion of a computable function. Basic definition Turing machine ਦੀ ਕੀ ਹੈ? A finite tape set with blank symbol A naught. A finite state set with S naught and SH SYS N. S naught initial state है, SH halting state, SY halting means रुकना, yes, and SN means no. These are the accepting states, non-accepting states. These are basic definitions of Turing machine. साढ़े syllabus ਦੇ ਵਿੱਚ सिर्फ Turing machine ਦੀ basic definition ही है. So thank you students, this is the finite state automation and finite state machines.